the word, please, Pastor Johnny, to pray. Thank you. हालेलुया। खुदा मेरा प्यारे पिता, मैं प्रार्थना करता हूँ पास्टर सिसिल को जो भी वचन आपने उसको दिया है वो जो शेयर करेगा दसेगा सबके साथ। आप उसकी डिलीवरी और जो भी आपका रूह से जो भी मुंह से उस जुबान से बाहर आएगा वो सबके लिए ब्लेसिंग हो जाएगी और आपका आमीन। पवित्र आत्मा पाक रूह तेजी से काम करेगा। आज आमीन। हर एक जो आज की मीटिंग में इधर शामिल है उनके लिए बड़ा ब्लेसिंग की मीटिंग हो आमीन। जाएगी। आमीन। धन्यवाद जो गाने वर्शिप के दौरान गाए हुए हैं, ब्लेस ब्रदर और सिस्टर जीवन और जसी को, और अभी पास्टर को जो टेस्टमनीज या प्रचार के दौरान जो भी गल्ला करेगा उसको ब्लेस करो और हमें भी ब्लेस करो यीशु के नाम से। आमीन आमीन आमीन। आमीन। थैंक यू लॉर्ड। प्रभु ਦਾ ਸ਼ੁਕਰ ਕਰਨੇ ਆ ਕਿ ਸਭ ਤੋਂ ਪਹਿਲੇ ਮੇਰੀ ਪ੍ਰੋਫੈਸੀ ਦੇ ਮੁਤਾਬਕ ਪਾਸਟਰ ਜਾਨੀ ਦੀ ਪੰਜਾਬੀ ਬਹੁਤ ਸ਼ਾਨਦਾਰ ਹੋ ਗਈ ਹੈ। ਹਾਂਜੀ, ਉਸ ਦੇ ਵਾਸਤੇ ਪ੍ਰਭੂ ਦਾ ਸ਼ੁਕਰ ਕਰਨੇ ਆ। ਔਰ ਅੱਜ ਜਿਹੜੀ ਮੈਂ ਗੱਲ ਕਰਨਾ ਚਾਹਨਾ ਉਹ ਇਹ ਆ ਕਿ ਕਿਸੇ ਚੀਜ਼ ਨੂੰ ਉਸਾਰਨਾ, ਟੂ ਰੀਬਿਲਡ ਸਮਥਿੰਗ। ਖਾਸ ਕਰ ਜਿਹੜਾ ਚਰਚ ਹੁਣ ਸ਼ੁਰੂ ਕੀਤਾ ਗਿਆ ਅਥੀਨੋ ਦੇ ਵਿੱਚ, ਉਹ ਇੱਕ ਕਿਸਮ ਦਾ ਇੱਕ ਚੀਜ਼ ਨੂੰ ਬਣਾਉਣਾ, ਉਹਨੂੰ ਰੀਬਿਲਡ ਕਰਨਾ, ਤੇ ਉਹਦੇ ਬਾਰੇ ਚ ਮੈਂ ਗੱਲ ਕਰਨਾ ਚਾਹਨਾ। ਕਿਉਂਕਿ ਆਫਟਰ ਆਲ ਇਹ ਸਾਈਪਰਸ ਸਾਰਾ ਇੱਕ ਕ੍ਰਿਸਚਨ ਕੰਟਰੀ ਸੀਗਾ ਬਹੁਤ ਸਮੇਂ ਪਹਿਲੇ। ਪੌਲੁਸ ਵੀ ਉੱਥੇ ਜਾ ਚੁੱਕਿਆ ਤੇ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਕਿਸ ਤਰ੍ਹਾਂ ਮੁੜ ਕੇ ਹੁਣ ਉੱਥੇ ਪ੍ਰਭੂ ਦਾ ਵਚਨ, ਪ੍ਰਭੂ ਦਾ ਸ਼ਬਦ ਜਿਹੜਾ ਆ ਉਹਨੂੰ ਇਸਟੈਬਲਿਸ਼ ਕੀਤਾ ਜਾਵੇ। ਔਰ ਖਾਸ ਕਰ ਆਪਣੇ ਲੋਕਾਂ ਦੇ ਵਿੱਚ ਉਹ ਲੋਕੀ ਜਿਹੜੇ ਪ੍ਰਭੂ ਤੋਂ ਦੂਰ ਹੋ ਗਏ ਨੇ। ਔਰ ਇਹਦੇ ਵਾਸਤੇ ਮੈਂ ਐਗਜ਼ਾਮਪਲ ਲਈ ਆ ਜਿਹੜਾ ਕਿ ਜਿਸ ਤਰ੍ਹਾਂ ਮੰਦਰ ਸੀਗਾ, ਸੈਕੰਡ ਟੈਂਪਲ ਜਿਹੜਾ ਸੀਗਾ, ਉਹਨੂੰ ਰੀਬਿਲਡ ਕੀਤਾ, ਉਹਨੂੰ ਮੁੜ ਕੇ ਬਣਾਇਆ ਤੇ ਕੀ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆਈਆਂ। ਇਹ ਸਬਜੈਕਟ ਬਹੁਤ ਹੀ ਲੰਮਾ ਚੌੜਾ ਹੈ, ਮੈਂ ਖੁਦ ਸਟੱਡੀ ਕਰਕੇ ਹੈਰਾਨ ਆ। ਤੇ ਇਹਦੇ ਚ ਬਹੁਤ ਸਾਰੇ ਨਬੀ, ਬਹੁਤ ਸਾਰੇ ਪ੍ਰਭੂ ਦੇ ਬੰਦੇ ਇਨਵੋਲਵ ਸੀਗੇ। ਔਰ ਅੱਜ ਵੀ ਮੈਂ ਸੋਚਦਾ ਕਿ ਜਿਹੜਾ ਚਰਚ ਅਥੀਨੋ ਦੇ ਵਿੱਚ ਚੱਲ ਰਿਹਾ, ਇਹ ਪ੍ਰਭੂ ਦੇ ਬੰਦਿਆਂ ਦੇ ਰਾਹੀਂ ਚੱਲ ਰਿਹਾ, ਜਿਹਦੇ ਵਿੱਚ ਤੁਸੀਂ ਸੇਵਾਦਾਰ ਹੋ, ਸੇਵਕ ਕਰਨ ਵਾਲੇ ਨੇ, ਪਾਸਟਰ ਰਲੇ ਹੋਏ ਨੇ, ਔਰ ਐਡਮਿਨਿਸਟ੍ਰੇਸ਼ਨ ਕਰਨ ਵਾਲੇ ਰਲੇ ਹੋਏ ਨੇ, ਕੰਮ ਕਰਨ ਵਾਲੇ ਰਲੇ ਹੋਏ ਨੇ। ਬਹੁਤ ਸਾਰੇ ਲੋਕੀ ਹਰ ਤਰੀਕੇ ਦੇ ਨਾਲ ਸੇਵਾ ਕਰਨਗੇ ਔਰ ਕੀਤੀ ਜਾਏਗੀ। ਲੇਕਿਨ ਇਹ ਜਿਹੜਾ ਕੰਮ ਆ ਹੋਣਾ ਕਿਸ ਤਰ੍ਹਾਂ ਆ, ਅੱਜ ਅਸੀਂ ਥੋੜੀ ਦੇਰ ਦੇ ਵਾਸਤੇ ਇਹ ਦੇਖਾਂਗੇ। ਉਮੀਦ ਆ ਕਿ ਟਾਈਮ ਕਾਫੀ ਹੋਏਗਾ ਆਪਣੇ ਕੋਲ, ਥੋੜਾ ਜਿਹਾ ਅਸੀਂ ਲੇਟ ਚੱਲ ਰਹੇ ਹਾਂ, ਪਰ ਚਲੋ ਦੇਖਦੇ ਹਾਂ ਕਿਸ ਤਰ੍ਹਾਂ ਆ। ਹਾਂਜੀ, ਸੋ ਪਹਿਲੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਪਹਿਲਾ ਜਿਹੜਾ ਮੰਦਰ ਸੀਗਾ ਯਹੂਦੀ ਕੌਮ ਦੇ ਵਾਸਤੇ, ਜਿਹਨੂੰ ਹੈਕਲ ਜਾਂ ਜਿਹਨੂੰ ਟੈਂਪਲ ਕਿਹਾ ਜਾਂਦਾ, ਉਹ ਸੋਲੋਮਨ ਬਾਦਸ਼ਾਹ ਨੇ ਬਣਾਇਆ ਸੀ। ਯਾਦ ਆ, ਦਾਊਦ ਬਾਦਸ਼ਾਹ ਦੀ ਬੜੀ ਖਾਹਿਸ਼ ਸੀਗੀ ਕਿ ਉਹ ਇਹ ਟੈਂਪਲ ਬਣਾਏ, ਪਰ ਪ੍ਰਭੂ ਨੇ ਉਹਨੂੰ ਕਿਹਾ ਵੀ ਤੂੰ ਯੋਧਾ ਆ, ਤੇਰੇ ਹੱਥਾਂ ਨੂੰ ਖੂਨ ਲੱਗਾ ਦਾ, ਲਹੂ ਲੱਗਾ ਦਾ, ਤੂੰ ਇਹ ਕੰਮ ਨਹੀਂ ਕਰ ਸਕਦਾ। ਮੈਂ ਜ਼ਿਆਦਾ ਰੈਫਰੈਂਸ ਬਾਈਬਲ ਨਹੀਂ ਪੜ੍ਹਨੀ, ਸਿਰਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਗੱਲ ਜਿਹੜੀ ਆ ਉਹ ਕਰੋਨੀਕਲ, ਜਿਹਨੂੰ ਕਿ ਇਤਿਹਾਸ ਕਹਿੰਦੇ ਆ, ਉਹਦਾ ਪਹਿਲਾ ਚੈਪਟਰ, ਉਹਦੀ 28 ਚੈਪਟਰ ਦੇ ਵਿੱਚ ਲਿਖੀ ਹੋਈ ਆ, ਪਹਿਲਾ ਕਰੋਨੀਕਲ, ਫਸਟ ਕਰੋਨੀਕਲ। ਅਗਰ ਤੁਸੀਂ ਇਹ ਨੋਟ ਕਰ ਲਵੋ ਤਾਂ ਤੁਸੀਂ ਬਾਅਦ ਚ ਦੇਖ ਸਕਦੇ ਹੋ ਰੈਫਰੈਂਸ। ਸੋ ਬਹੁਤ ਹੀ ਪੈਸਾ, ਬਹੁਤ ਹੀ ਸੋਨਾ, ਚਾਂਦੀ, ਰੁਪਈਆ, ਪੈਸਾ ਲਾ ਕੇ ਬਾਹਰੋਂ ਸਮਾਨ ਇਕੱਠਾ ਕਰਕੇ ਦਾਊਦ ਨੇ ਆਪਣੇ ਬੇਟੇ ਸੋਲੋਮਨ ਨੂੰ ਦੇ ਦਿੱਤਾ ਤੇ ਉਹਨੇ ਪਰਮੇਸ਼ਵਰ ਦਾ ਮੰਦਰ ਬਣਾਇਆ। ਔਰ ਫਿਰ ਕੀ ਹੋਇਆ ਕਿ ਉਹਦੇ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਮੰਦਰ ਸੀਗਾ ਉਹਨੂੰ ਢਾਹ ਦਿੱਤਾ। ਬੈਬੀਲੋਨ ਦਾ ਜਿਹੜਾ ਬਾਦਸ਼ਾਹ ਸੀ ਨਬੂਕਦਨਜ਼ਰ, ਉਹਨੇ ਹਮਲਾ ਕਰਕੇ ਤੇ ਉਹ ਮੰਦਰ ਢਾਹ ਦਿੱਤਾ, ਉਹਨੂੰ ਅੱਗ ਲਾ ਦਿੱਤੀ, ਸਭ ਕੁਝ ਲੁੱਟ ਕੇ ਲੈ ਗਿਆ। ਉਹਦੇ ਅੰਦਰ ਬਹੁਤ ਸਾਰਾ ਸੋਨਾ, ਚਾਂਦੀ, ਇੱਥੋਂ ਤੱਕ ਕਿ ਉਹਨਾਂ ਦੇ ਬਰਤਨ ਵੀ ਚਾਂਦੀ ਦੇ, ਸੋਨੇ ਦੇ ਸੀ, ਉਹ ਵੀ ਲੈ ਗਿਆ। ਔਰ ਬਹੁਤ ਸਾਰੇ ਲੋਕਾਂ ਨੂੰ ਕੈਦ ਕਰਕੇ ਉਹ ਬੈਬੀਲੋਨ ਦੇ ਵਿੱਚ ਲੈ ਗਿਆ। ਬੈਬੀਲੋਨ ਦਾ ਮਤਲਬ ਹੈ ਜਿਹਨੂੰ ਅੱਜ ਕੱਲ ਈਰਾਨ ਕਿਹਾ ਜਾਂਦਾ। ਇਰਾਕ ਈਰਾਨ ਦਾ ਇਲਾਕਾ ਸੀਗਾ, ਈਰਾਨ ਦਾ ਖਾਸ ਕਰ, ਜਿੱਥੋਂ ਦਾ ਉਹ ਰਾਜਾ ਸੀਗਾ ਨਬੂਕਦਨਜ਼ਰ। ਇਹ ਕਹਾਣੀ ਜਿਹੜੀ ਆ ਇਹਦਾ ਵੀ ਜਿਹੜਾ ਪਾਇਆ ਜਾਂਦਾ ਬਾਦਸ਼ਾਹ ਦੂਸਰੇ ਕਿੰਗਸ ਚੈਪਟਰ 25 ਦੇ ਵਿੱਚ, ਔਰ ਬਹੁਤ ਸਾਰੇ ਰੈਫਰੈਂਸ ਨੇ। ਲੇਕਿਨ ਗੱਲ ਇਹ ਹੈ
ਕਿ ਦੂਸਰਾ ਜਿਹੜਾ ਪਹਿਲਾ ਮੰਦਰ ਸੀ ਉਹਨੂੰ ਅੱਗ ਲਾ ਕੇ ਢਾਤਾ ਔਰ ਬਹੁਤ ਸਾਰੇ ਲੋਕਾਂ ਨੂੰ ਕੈਦੀ ਕਰਕੇ ਤੇ ਉਹ ਆਪਣੇ ਦੇਸ਼ ਦੇ ਵਿੱਚ ਲੈ ਗਿਆ। ਨਾ ਹੁਣ ਮਸਲਾ ਇਹ ਸੀਗਾ ਕਿ ਪ੍ਰਭੂ ਚਾਹੁੰਦਾ ਸੀ ਕਿ ਉਹ ਮੰਦਰ ਮੁੜ ਕੇ ਦੁਬਾਰਾ ਬਣਾਇਆ ਜਾਵੇ, ਮੁੜ ਕੇ ਰੀਬਿਲਡਿੰਗ ਦਾ ਟੈਂਪਲ। ਇਹ ਜ਼ਰੂਰੀ ਗੱਲ ਸੀਗੀ, ਲੇਕਿਨ ਇਹ ਇੱਕ ਬਹੁਤ ਔਖਾ ਕੰਮ ਸੀ। ਹੁਣ ਤੁਸੀਂ ਜਿਹੜਾ ਚਰਚ ਇਸਟੈਬਲਿਸ਼ ਕਰਨਾ ਆ, ਇਹ ਸੌਖਾ ਕੰਮ ਨਹੀਂ ਹੋਣਾ। ਇਟਸ ਨਾਟ ਗੋਇੰਗ ਟੂ ਬੀ ਈਜ਼ੀ। ਤੁਹਾਡੀਆਂ ਆਪਣੀਆਂ ਲੋੜਾਂ ਨੇ, ਤੁਹਾਨੂੰ ਪ੍ਰੋਬਲਮਸ ਆਉਣੀਆਂ, ਤੁਹਾਨੂੰ ਆਪੋਜੀਸ਼ਨ ਆਉਣੀ ਆ, ਲੋਕਾਂ ਨੇ ਵਿੱਚੋਂ ਹੀ ਤੁਹਾਨੂੰ ਧੋਖਾ ਦੇ ਦੇਣਾ। ਸੋ ਜਿਹੜਾ ਟੈਂਪਲ ਬਣਾਉਣਾ ਸੀਗਾ ਉਹ ਵੀ ਸੌਖਾ ਨਹੀਂ ਸੀ। ਦੇਖੋ ਉਹ 70 ਸਾਲ ਦੀ ਗੁਲਾਮੀ ਦੇ ਬਾਅਦ ਵਾਪਸ ਆਏ ਨੇ, ਹਾਲੇਲੂਇਆ। ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੰਦਰ ਬਣਾਓ ਮੇਰੇ ਲਈ। ਮੇਰੀ ਜਿਹੜਾ ਬੰਦਾ ਇੱਕ ਖੁਦ ਗੁਲਾਮ ਹੋ ਕੇ ਵਾਪਸ ਆਵੇ ਉਹਦੇ ਪੱਲੇ ਕੀ ਹੈ। ਹੁਣ ਜਿਸ ਤਰ੍ਹਾਂ ਮੈਨੂੰ ਨਹੀਂ ਪਤਾ ਤੁਸੀਂ ਸਾਈਪਰਸ 'ਚ ਕਿਸ ਤਰ੍ਹਾਂ ਆਏ, ਤੁਹਾਡੇ ਪੱਲੇ ਕੀ ਸੀ। ਜਦੋਂ ਮੈਂ ਇੰਗਲੈਂਡ ਆਇਆ ਮੇਰੇ ਕੋਲ 3 ਪਾਉਂਡ ਸੀਗੇ ਤੇ ਕੁਛ ਵੀ ਨਹੀਂ ਸੀ ਕੋਲ। ਜਿਹੜਾ ਬੰਦਾ ਬਾਹਰੋਂ ਆਉਂਦਾ ਕਿਸੇ ਦੂਸਰੇ ਦੇਸ਼ ਦੇ ਵਿੱਚ, ਉਹਦੇ ਪੱਲੇ ਕੁਛ ਨਹੀਂ ਹੁੰਦਾ। ਔਰ ਜਿਹੜਾ ਪੁਰਾਣਾ ਮੰਦਰ ਸੀਗਾ ਉਹ ਇੱਕ ਮਲਬੇ ਦਾ ਢੇਰ ਸੀਗਾ, ਟੱਠਾ ਦਾ ਉੱਥੇ ਪਿਆ ਦਾ ਸੀਗਾ। ਤੇ ਪ੍ਰਭੂ ਨੇ ਕਿਹਾ ਕਿ ਇਹਨੂੰ ਮੁੜ ਕੇ ਬਣਾਓ। So you are rebuilding something which has been demolished. It's a rubble or rubbish ਆ, ਉਹ ਮਲਬਾ ਆ, ਤੇ ਤੁਸੀਂ ਉਹਦੇ ਉੱਤੇ ਹਾਲੇਲੂਇਆ ਉਹਨੂੰ ਮੁੜ ਕੇ ਤੁਸੀਂ ਬਣਾਉਣਾ ਆ। ਔਰ ਸਭ ਤੋਂ ਵੱਡੀ ਇਹ ਗੱਲ ਸੀ ਕਿ ਬਹੁਤ ਸ਼ਾਨਦਾਰ ਮੰਦਰ ਜਿਹਦੇ ਚ 100 ਟਨ ਸੋਨਾ, 100 ਟਨ ਚਾਂਦੀ ਔਰ ਇੰਨੀਆਂ ਚੀਜ਼ਾਂ ਲੱਗੀਆਂ ਸੀ। ਉਹ ਸਾਰਾ ਇੱਕ ਮਲਬਾ ਪਿਆਦਾ ਸੀਗਾ। It was rubbish and they had to rebuild. ਔਰ ਦੂਸਰਾ ਮਸਲਾ ਇਹ ਸੀਗਾ, ਕੰਪੇਅਰਿੰਗ ਟੂ ਸੋਲੋਮਨ, ਜਿਹੜਾ ਸੋਲੋਮਨ ਬਾਦਸ਼ਾਹ ਸੀ, ਉਹਨੇ ਮੰਦਰ ਦੇ ਉੱਤੇ ਕੰਮ ਕਰਨ ਵਾਸਤੇ 1.5 ਲੱਖ ਬੰਦਾ, 150,000 ਪੀਪਲ, ਉਹਨਾਂ ਦੇ ਉੱਤੇ 3000 ਸੁਪਰਵਾਈਜ਼ਰ ਲਾਏ ਦੇ ਸੀਗੇ। ਤੇ ਇੱਥੇ ਕੀ ਹੋਇਆ ਕਿ ਓਨਲੀ 50 ਪੀਪਲ ਕੇਮ ਬੈਕ, ਸਿਰਫ 50,000 ਪੀਪਲ ਕੇਮ ਬੈਕ। ਔਰ ਉਹ ਉਹਨਾਂ ਚ ਬੁੱਢੇ ਸੀਗੇ, ਜਵਾਨ ਸੀਗੇ, ਜਿਨ੍ਹਾਂ ਨੇ ਪ੍ਰਭੂ ਦਾ ਮੰਦਰ ਕਦੀ ਦੇਖਿਆ ਹੀ ਨਹੀਂ ਸੀ। ਉਹਨਾਂ ਨੂੰ ਕੀ ਜੋਸ਼ ਹੋ ਸਕਦਾ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਸੀ। ਸੋਲੋਮਨ ਹੈਡ ਅਨਲਿਮਿਟਿਡ ਵੈਲਥ, ਲੇਕਿਨ these people had nothing. So you're going to build this church from nothing, with nothing, but Lord will provide. We'll come to that. ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਔਰ ਇਹ ਜਿਹੜਾ ਕੰਮ ਸੀਗਾ ਬਹੁਤ ਔਖਾ ਸੀ, ਔਰ ਟਾਈਮ ਖਾਸ ਕਰ ਮੰਦਰ ਦਾ ਕੰਮ ਕਰਨਾ। ਔਰ ਬਹੁਤ ਸਾਰੇ ਲੋਕੀ ਜਿਹੜੇ ਸਨ ਉਹਨਾਂ ਨੇ ਕਿਹਾ ਵੀ ਸਾਡੇ ਤੇ ਆਪਣੇ ਘਰ ਨਹੀਂ ਹੈਗੇ ਤੇ ਅਸੀਂ ਮੰਦਰ ਕਿੱਥੋਂ ਬਣਾਈਏ। ਤੇ ਉਹਨਾਂ ਨੂੰ ਆਪਣਾ ਫਿਕਰ ਪਿਆ ਸੀ ਜਿਹੜੇ ਵਾਪਸ ਆਏ ਸੀ। ਲੇਕਿਨ ਪ੍ਰਭੂ ਨੇ ਇੱਕ ਵਿਜ਼ਨ ਜਿਹੜਾ ਸੀ ਇੱਕ ਬੰਦੇ ਨੂੰ ਦਿੱਤਾ। ਮੇਰੇ ਨਾਲ ਤੁਸੀਂ ਇਹ ਹਵਾਲਾ ਲੋਡ ਕਰ ਸਕਦੇ ਹੋ। ਮੈਂ ਜਿਸ ਤਰ੍ਹਾਂ ਕਿਹਾ ਕਿ ਆਈ ਵੋਂਟ ਬੀ ਰੀਡਿੰਗ ਮਚ। ਜ਼ਕਰਾਇਆ ਦੀ ਕਿਤਾਬ, ਪੁਰਾਣੇ ਨੇਮ ਦੇ ਵਿੱਚ ਜ਼ਕਰੀਆ ਜਿਹਨੂੰ ਕਹਿੰਦੇ ਆ, ਪੰਜਾਬੀ ਦੇ ਵਿੱਚ ਜ਼ਕਰਾਇਆ, ਉਹਦਾ 4 ਚੈਪਟਰ ਹੈ। 4 ਚੈਪਟਰ ਦੇ ਵਿੱਚ ਪ੍ਰਭੂ ਨੇ ਉਹਨੂੰ ਇੱਕ ਵਿਜ਼ਨ ਦਿਖਾਇਆ। God showed him a vision ਵੀ ਇਹ ਕੰਮ ਹੋਣਾ ਕਿਸ ਤਰ੍ਹਾਂ ਹੈ। ਔਰ ਵਿਜ਼ਨ ਦੇ ਵਿੱਚ ਉਹਨੂੰ ਕੀ ਕੀਤਾ ਅਸੀਂ ਦੇਖਦੇ ਹਾਂ। ਪਹਿਲੇ ਉਹਨੂੰ ਲੈਂਪ ਸਟੈਂਡ, ਸ਼ਮਾਦਾਨ, ਸ਼ਮਾਦਾਨ ਵੀ ਬਹੁਤ ਔਖਾ ਵਰਡ ਆ ਉਰਦੂ ਦਾ, ਪਤਾ ਨਹੀਂ ਤੁਸੀਂ ਪੰਜਾਬੀ ਚ ਸਮਝਦੇ ਹੋ। ਸ਼ਮਾਦਾਨ ਦਾ ਮਤਲਬ ਹੁੰਦਾ ਜਿਹਦੇ ਉੱਤੇ ਦੀਵਾ ਰੱਖਿਆ ਜਾਵੇ, ਇੱਕ ਸਟੈਂਡ ਹੁੰਦਾ, ਜਿਹੜੇ ਕਿ ਪਹਿਲੇ ਹੈਕਲ ਦੇ ਵਿੱਚ ਸੀਗੇ। ਪ੍ਰਭੂ ਨੇ ਉਹਨੂੰ ਉਹ ਦਿਖਾਏ ਔਰ ਫਿਰ ਦਿਖਾਇਆ ਇਹ ਇੱਕ ਸਿੰਬਲ ਸੀਗਾ, ਇੱਕ ਨਿਸ਼ਾਨ ਸੀਗਾ ਕਿ ਤੁਸੀਂ ਦੂਸਰੀਆਂ ਕੌਮਾਂ ਦੇ ਵਾਸਤੇ ਰੌਸ਼ਨੀ ਬਣੀ ਹੈ। ਔਰ ਉਹਦੇ ਵਿੱਚ ਫਿਰ ਜ਼ੈਤੂਨ ਦਾ ਜਿਹੜਾ ਤੇਲ ਸੀ ਉਹ ਪਾਇਆ ਜਾਂਦਾ ਸੀ। ਔਰ ਪ੍ਰਭੂ ਨੇ ਉਹਨੂੰ ਦਿਖਾਇਆ ਕਿ ਜ਼ੈਤੂਨ ਦਾ ਤੇਲ ਜਿਹੜਾ ਉਹ ਆਪਣੇ ਆਪ ਹੀ ਲੈਂਪਸ ਦੇ ਵਿੱਚ ਪੈ ਰਿਹਾ। 2 ਦਰਖਤ ਨੇ, ਉਹਨਾਂ 'ਚ ਸੋਨੇ ਦੀਆਂ ਨਾਲੀਆਂ ਲੱਗੀਆਂ ਹੋਈਆਂ ਨੇ ਔਰ ਉਹ ਆ ਕੇ ਉਹਨੂੰ ਭਰ ਰਹੀਆਂ ਨੇ। ਸੋ ਇਹਦਾ ਮਤਲਬ ਇਹ ਸੀਗਾ ਵੀ ਓਲਿਵ ਆਇਲ ਔਰ ਫਾਇਰ ਐਂਡ ਲੈਂਪਸ, ਆਲ ਦਿਸ ਇੱਕੋ ਚੀਜ਼ ਆ, ਦੈਟ ਇਜ਼ ਦ ਹੋਲੀ ਸਪਿਰਿਟ ਆਫ ਗੋਡ। ਔਰ ਪ੍ਰਭੂ ਨੇ 6ਵੇਂ ਵਰਸ ਦੇ ਵਿੱਚ ਲਿਖਿਆ, ਉਸ ਫਿਰ ਮੈਨੂੰ ਆਖਿਆ ਕਿ ਇਹ ਜ਼ਰੂਬਾਬਲ ਲਈ ਯਹੋਵਾ ਦਾ ਵਚਨ ਹੈ। ਦਿਸ ਇਜ਼ ਦ ਵਰਡ ਆਫ ਦ ਲਾਰਡ। ਮੈਂ ਕਿਹਾ ਸੀਗਾ ਕਿ ਪ੍ਰਭੂ ਦਾ ਸ਼ਬਦ ਜਿਹੜਾ ਇਟ ਇਜ਼ ਪਾਵਰਫੁਲ, ਇਹ ਨਾ ਟਰਨ ਵਾਲਾ ਸ਼ਬਦ ਆ ਔਰ ਹਮੇਸ਼ਾ ਪਾਵਰਫੁਲ ਆ। ਸੋ ਇਟ ਵਿਲ ਵਰਕ। ਪ੍ਰਭੂ ਨੇ ਕਿਹਾ 6ਵੇਂ ਵਰਸ ਜ਼ਕਰੀਆ ਚੈਪਟਰ 4 ਵਰਸ 6, ਉੱਥੇ ਲਿਖਿਆ ਯਹੋਵਾ ਦਾ ਵਚਨ ਹੈ
ਕਿ ਨਾ ਸ਼ਕਤੀ ਨਾਲ, ਹਾਲੇਲੂਇਆ, not by power, ਨਾ ਬਲ ਨਾਲ, not by might, ਸਗੋਂ ਮੇਰੀ ਆਤਮਾ ਨਾਲ, ਸੈਨਾ ਦਾ ਯਹੋਵਾ ਦਾ ਵਾਕ ਹੈ। ਸੋ ਇਹ ਜਿਹੜਾ ਸਾਰਾ ਕੰਮ ਸੀਗਾ ਉਹ ਪ੍ਰਭੂ ਦੀ ਆਤਮਾ ਨਾਲ ਹੋਣਾ ਸੀ। ਹਾਲੇਲੂਇਆ। ਪ੍ਰਭੂ ਦੀ ਆਤਮਾ ਜਿਹੜੀ ਹੈ ਉਸ ਵੇਲੇ ਕੰਮ ਕਰ ਰਹੀ ਸੀ। ਅੱਜ ਵੀ ਜਦੋਂ ਤੁਸੀਂ ਇਹ ਚਰਚ ਦਾ ਕੰਮ ਕਰਨਾ, ਤੁਸੀਂ ਸੋਚਦੇ ਹੋਵੋਗੇ ਕਿ ਇਹ ਬੜਾ ਮੁਸ਼ਕਲ ਕੰਮ ਹੈ, ਮੈਂ ਤਾਂ ਨੌਕਰੀ ਕਰਨੀ ਹੈ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਉੱਧਰ ਵੀ ਜਾਣਾ, ਮੈਂ ਇੱਧਰ ਵੀ ਜਾਣਾ। But this will, God will empower you. ਪ੍ਰਭੂ ਜਿਹੜਾ ਤੁਹਾਨੂੰ ਉਹ ਸ਼ਕਤੀ ਦੇਗਾ। ਪ੍ਰਭੂ ਦਾ ਇਹ ਸ਼ਬਦ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੀ ਆਤਮਾ ਨਾਲ। ਤਾਂ ਮੈਂ ਅੱਜ I like to say this, it is my vision ਕਿ ਇੱਕ ਦਿਨ ਅਥੀਨੋ ਦੇ ਵਿੱਚ ਜਦੋਂ ਚਰਚ ਬਿਲਡਿੰਗ ਹੋਏਗੀ ਤੁਹਾਡੇ ਕੋਲ, ਉਹਦੇ ਉੱਤੇ ਲਿਖਿਆ ਜਾਏਗਾ, ਹਾਲੇਲੂਇਆ, ਲਿਖਿਆ ਜਾਏਗਾ, not by might, not by power, but by spirit. ਉਸ ਬਿਲਡਿੰਗ ਦੇ ਉੱਤੇ these words will be written. This is my vision today. ਇਹ ਮੈਂ ਦੱਸਣਾ ਚਾਹੁੰਦਾ ਕਿ ਜੋ ਕੁਛ ਵੀ ਤੁਸੀਂ ਕਰਨਾ ਆ, ਜੋ ਕੁਛ ਵੀ ਕਰਨਾ ਉਹ ਪ੍ਰਭੂ ਦੀ ਆਤਮਾ ਦੇ ਨਾਲ ਕਰਨਾ ਆ, ਆਪਣੇ ਜ਼ੋਰ ਨਾਲ ਨਹੀਂ ਹੋਣਾ। ਮੈਂ ਤੁਹਾਨੂੰ ਥੋੜੀ ਜਿਹੀ ਹਿਸਟਰੀ ਦੱਸਣਾ ਚਾਹੁੰਦਾ ਆਲ ਨੇਸ਼ਨ ਚਰਚ ਦੀ। ਇੱਥੋਂ ਕੋਈ 25 ਸਾਲ ਪਹਿਲੇ ਪਾਸਟ ਜਾਨੀ ਨੇ ਦੇਖਿਆ ਇਹ ਬਿਲਡਿੰਗ, ਇਹ ਟੁੱਟੀ ਭੱਜੀ ਬਿਲਡਿੰਗ ਜਿਹੜੀ ਕਿ 4 ਸਾਲ ਤੋਂ ਖਾਲੀ ਪਈ ਸੀਗੀ। ਲੋਕਾਂ ਨੇ ਇਹਨੂੰ ਤੋੜਿਆ ਭੰਨਿਆ। ਤੁਹਾਨੂੰ ਪਤਾ ਵੀ ਜਿਹੜੀ ਖਾਲੀ ਬਿਲਡਿੰਗ ਚ ਉੱਥੇ ਬੱਚੇ ਜਾ ਕੇ ਤੋੜ, ਤੇ ਉਹ ਚਰਚ ਵਾਲੇ ਜਿਨ੍ਹਾਂ ਦੇ ਗੋਰਿਆਂ ਦਾ ਚਰਚ ਸੀ ਉਹ ਕਹਿਣ ਲੱਗੇ ਵੀ ਇਹ ਲੈ ਲਓ। ਤੇ ਅਸੀਂ ਜਦੋਂ ਦੇਖਿਆ ਨਾ ਉੱਥੇ ਹੀਟਿੰਗ ਸੀ, ਨਾ ਟਾਇਲਟ ਸੀਗੇ, ਨਾ ਉਹਦੇ ਦਰਵਾਜ਼ੇ ਸੀ, ਬਹੁਤ ਮਾੜਾ ਹਾਲ ਸੀਗਾ। ਤੇ ਸਾਰੇ ਲੋਕੀ ਸਾਡੇ ਕਹਿਣ ਲੱਗੇ ਚਲੋ ਚੱਲੀਏ ਉੱਥੇ ਚੱਲਦੇ ਆ, ਜਾ ਕੇ ਆਪਾਂ ਠੀਕ ਕਰ ਲਾਂਗੇ। ਇਟਸ ਅ ਲੌਂਗ ਸਟੋਰੀ। ਇੱਥੋਂ ਤੱਕ ਕਿ ਅਸੀਂ ਜਿਹੜੇ ਸੜਕਾਂ ਦੇ ਉੱਤੇ ਡੱਬੇ ਪਏ ਹੁੰਦੇ ਖਾਲੀ, ਬੀਅਰ ਟਿਨਸ ਐਂਡ ਕੋਕਾ ਕੋਲਾ ਟਿਨਸ, ਵੀ ਯੂਜ਼ਡ ਟੂ ਕਲੈਕਟ them। ਲੋਕੀ ਜਦੋਂ ਚਰਚ ਆਉਂਦੇ ਸੀ 2-2 ਬੈਗ, ਰਬਿਸ਼ ਬੈਗ ਡੱਬਿਆਂ ਦੇ ਭਰੇ ਦੇ ਨਾਲ ਲੈ ਕੇ ਆਉਂਦੇ ਸੀ। We used to sell them and put the money in the church. There's a big, very big testimony, and not I'm very blessed to say ਕਿ ਇੰਗਲੈਂਡ ਦੇ ਵਿੱਚ ਬਹੁਤ ਘੱਟ ਏਸ਼ੀਅਨ ਚਰਚਸ ਨੇ ਜਿਨ੍ਹਾਂ ਕੋਲ ਆਪਣੀ ਬਿਲਡਿੰਗ ਹੈ। ਸੋ God will do it। ਅਗਰ ਸਾਡੇ ਲਈ ਕਰ ਸਕਦਾ ਤੇ ਪ੍ਰਭੂ ਤੁਹਾਡੇ ਲਈ ਵੀ ਕਰ ਸਕਦਾ। ਆਮੀਨ, ਹਾਲੇਲੂਇਆ। ਹਾਂਜੀ, ਇਹ ਕੰਮ ਜਿਹੜਾ ਸੀ ਸ਼ੁਰੂ ਦੇ ਵਿੱਚ, ਇਹ ਜਿਹੜਾ ਅਸੀਂ ਜ਼ਕਰਿਆ ਦੀ ਸਟੋਰੀ ਪੜ੍ਹ ਰਹੇ ਹਾਂ, ਇਹ ਜ਼ਰੁਬਾਬਲ ਜਿਹੜਾ ਉੱਥੋਂ ਦਾ ਗਵਰਨਰ ਸੀਗਾ, ਹਾਕਮ ਸੀਗਾ, ਉਹਨੂੰ ਦਿੱਤਾ। ਪ੍ਰਭੂ ਨੂੰ ਉਹਨੇ ਕਿਹਾ ਕਿ ਤੂੰ ਮੇਰਾ ਘਰ ਬਣਾ। ਇਹ ਸਾਰੀ ਜਿਹੜੀ ਹੈ ਨਾ 4 ਚੈਪਟਰ ਦੇ ਵਿੱਚ ਜ਼ਰੂਰ ਪੜ੍ਹਿਓ, ਜਿਹਦੇ ਵਿੱਚ ਕਿ ਪ੍ਰਭੂ ਨੇ ਉਹਨੂੰ ਦਰਸ਼ਨ ਦਿੱਤੇ ਤੇ ਉਹਨੇ ਇਹ ਕੰਮ ਸ਼ੁਰੂ ਕਰਤਾ। ਔਰ ਉਹਦੇ ਲਈ ਬਹੁਤ ਮੁਸ਼ਕਲ ਸੀ। ਤਾਂ ਹੋ ਸਕਦਾ ਤੁਸੀਂ ਵੀ ਅੱਜ ਇੱਥੇ ਬੈਠੇ ਸੋਚਦੇ ਹੋਵੋਗੇ ਅਥੀਨੋ ਦੇ ਵਿੱਚ ਕਿ ਬੜਾ ਮੁਸ਼ਕਲ ਆ, ਲੇਕਿਨ ਜਦੋਂ ਪ੍ਰਭੂ ਨੇ ਉਹਦੀ ਮਦਦ ਕੀਤੀ ਤੇ ਉਹ ਪੂਰਾ ਕੰਮ ਜਿਹੜਾ ਸੀ ਉਹ ਕਰ ਸਕਿਆ। ਅੱਛਾ, ਇੱਕ ਬੜੀ ਅੱਛੀ ਗੱਲ ਆ, ਇਹ ਜਿਹੜੀ ਸਟੋਰੀ ਹੈ ਐਕਚੁਅਲੀ ਕਈ ਬਾਈਬਲ ਦੇ ਹਿੱਸਿਆਂ ਦੇ ਵਿੱਚ ਪਾਈ ਜਾਂਦੀ ਹੈ। ਥੋੜਾ ਜਿਹਾ ਮੈਂ ਮੇਰੇ ਨਾਲ ਰਹੋ। ਜਿਹੜਾ ਇੱਕ ਇਸਰਾ ਨਬੀ ਆ, ਉਹਨੇ ਵੀ ਕੰਮ ਕੀਤਾ, ਉਹਨੇ ਵੀ ਹੈਲਪ ਕੀਤੀ। ਔਰ ਉਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਹੈ, ਐਜ਼ਰਾ, ਪੰਜਾਬੀ ਦੇ ਵਿੱਚ ਐਜ਼ਰਾ ਕਹਿੰਦੇ ਆ, ਬਾਈਬਲ ਦੇ ਇਤਿਹਾਸ ਦੇ ਬਾਅਦ ਆ। ਹਾਂਜੀ, ਉਹਦੇ 3 ਚੈਪਟਰ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ ਕਿ ਜਦੋਂ 7ਵਾਂ ਮਹੀਨਾ ਆਇਆ ਤਾਂ ਇਸਰਾਇਲ ਨਗਰੀ ਵਿੱਚ ਗਏ ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। one mind, one body, ਇੱਕ ਤਨ ਹੋ ਕੇ। ਜਿਸ ਵੇਲੇ ਯਰੂਸ਼ਲਮ ਨੂੰ ਫਿਰ ਉਸਾਰਨਾ ਸੀਗਾ, ਉੱਥੇ ਉਪਾਸਨਾ ਕਰਨੀ ਸੀ, ਤੇ ਉੱਥੇ ਲਿਖਿਆ ਦਾ ਇੱਕ ਮਨ ਹੋ ਕੇ, ਇੱਕ ਤਨ ਹੋ ਕੇ। This is very important। ਇਹ ਕਿਸੇ ਦਾ ਘਰ ਨਹੀਂ, ਕਿਸੇ ਦਾ ਚਰਚ ਨਹੀਂ, ਕਿਸੇ ਦੀ ਕਲੀਸਿਆ ਨਹੀਂ, ਸਭ ਦਾ ਇੱਕ ਹੈ। ਇੱਕ ਮਨ ਹੋ ਕੇ ਉੱਥੇ ਉਹ ਗਏ ਔਰ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਔਰ ਉੱਥੇ ਉਹਨਾਂ ਨੇ ਪ੍ਰਸਤਿਸ਼ ਕਰਨੀ ਸ਼ੁਰੂ ਕਰਤੀ ਔਰ ਪੂਜਾ ਕਰਨੀ ਸ਼ੁਰੂ ਕਰਤੀ। ਤੀਸਰੇ ਚੈਪਟਰ ਦੀ ਤੀਸਰੀ ਵਰਸ ਦੇ ਵਿੱਚ ਲਿਖਿਆ, ਉਹਨਾਂ ਨੇ ਜਗ ਵੇਦੀ ਨੂੰ ਉਸ ਦੇ ਥਾਂ ਤੇ ਟਿਕਾਇਆ, ਕਿਉਂ ਜੋ ਉਹਨਾਂ ਨੂੰ ਦੇਸ਼ ਦੇ ਲੋਕਾਂ ਦਾ ਡਰ ਸੀਗਾ। ਹਾਲੇਲੂਇਆ। There was a fear upon them। ਡਰ ਸੀਗਾ ਕਿ ਲੋਕੀ ਕੀ ਕਰਨਗੇ। But they still rebuilt the altar। ਉਹਨਾਂ ਨੇ ਬਣਾਇਆ
ਜਗ ਵੇਦੀ ਬਣਾਈ, ਉੱਥੇ ਪੂਜਾ ਸ਼ੁਰੂ ਕਰ ਦਿੱਤੀ, ਪਰਮੇਸ਼ਵਰ ਦੀ ਮਹਿਮਾ ਸ਼ੁਰੂ ਕਰ ਦਿੱਤੀ। ਉਹ ਕਿਸੇ ਗੱਲ ਤੋਂ ਨਹੀਂ ਸੀ ਡਰਦੇ, ਕਿਉਂਕਿ ਉਹ ਇੱਕ ਐਸੀ ਜਗ੍ਹਾ ਸੀ where the God is going to come and dwell। ਉਦੋਂ ਪਹਿਲੇ ਹੈਕਲ ਦੇ ਵਿੱਚ ਸੀਗਾ, ਦੂਸਰੇ ਪਰਮੇਸ਼ਵਰ ਨੇ ਵਾਅਦਾ ਕੀਤਾ। ਪਰਮੇਸ਼ਵਰ ਨੂੰ ਮਿਲਣ ਦੇ ਵਾਸਤੇ, ਪਰਮੇਸ਼ਵਰ ਦੀ ਮਹਿਮਾ ਕਰਨ ਦੇ ਵਾਸਤੇ ਇੱਕ ਜਗ੍ਹਾ ਜਗ ਵੇਦੀ ਬਣਾਈ, ਔਰ ਉੱਥੇ ਉਹਨਾਂ ਨੇ ਪੂਜਾ ਕਰਨੀ ਸ਼ੁਰੂ ਕੀਤੀ। ਏਜ਼ਰਾ ਚੈਪਟਰ 3 ਵਰਸ 3 ਤੇ ਅਤੇ ਉਸ ਉੱਤੇ ਪ੍ਰੇਜ਼ ਗॉड ਯਹੋਵਾ ਲਈ ਹੋਮ ਬਲੀਆਂ ਦੈਟਸ ਦ ਸੈਕਰੀਫਾਈਸਿਸ, ਅਰਥਾਤ ਸਵੇਰ ਤੇ ਸ਼ਾਮ ਦੀਆਂ ਹੋਮ ਬਲੀਆਂ ਚੜਾਣੀਆਂ ਸ਼ੁਰੂ ਕੀਤੀਆਂ। That's what, in spite of all the fear, all the opposition, you will do it। ਤੁਸੀਂ ਇਹ ਕੰਮ ਕਰੋਗੇ। ਹਾਂਜੀ, ਫਿਰ ਉੱਥੇ ਕੀ ਹੋਇਆ? ਲੋਕਾਂ ਦੇ ਡਰ ਤੋਂ ਬਗੈਰ ਵੀ ਉੱਥੇ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਤੋਂ ਨਹੀਂ ਡਰੇ, ਉਹ ਪਰਮੇਸ਼ਵਰ ਤੋਂ ਡਰੇ, ਔਰ ਪਰਮੇਸ਼ਵਰ ਦੀ ਜਗ ਵੇਦੀ ਨੂੰ ਬਣਾਇਆ ਤਾਂ ਉਸ ਉੱਤੇ ਹੋਮ ਬਲੀਆਂ ਚੜਾਣੀਆਂ ਸ਼ੁਰੂ ਕਰਤੀਆਂ। ਪ੍ਰੇਜ਼ ਗॉड। ਹਾਂਜੀ, ਅੱਗੇ ਚੱਲੀਏ। ਕਿਉਂਕਿ ਇਹ ਜ਼ਰੂਰੀ ਸੀਗਾ ਕਿ ਉਸ ਜਗ੍ਹਾ ਨੂੰ ਬਣਾਇਆ ਜਾਵੇ ਜਿਸ ਵੇਲੇ, ਉਦੋਂ ਦੀ ਗੱਲ ਆ, ਉਸ ਟਾਈਮ ਦੇ ਨਾਲ ਪ੍ਰਭੂ ਦੀ ਹਜ਼ੂਰੀ ਔਰ ਪ੍ਰਭੂ ਨੇ ਉਹਨਾਂ ਨੂੰ ਮਿਲਣਾ ਸੀ। ਲੋਕਾਂ ਤੋਂ ਡਰਨ ਦੇ ਬਜਾਏ ਉਹਨਾਂ ਨੇ ਪ੍ਰਭੂ ਦੇ ਡਰ ਨੂੰ ਮਨ ਦੇ ਵਿੱਚ ਰੱਖਿਆ ਔਰ ਆਪਣਾ ਕੰਮ ਜਿਹੜਾ ਸੀਗਾ ਉੱਥੇ ਸ਼ੁਰੂ ਕਰ ਦਿੱਤਾ। ਅੱਛਾ, ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਜ਼ਰੂਬਾਬਲ ਸੀਗਾ, ਉਹ ਪਹਿਲਾ ਆਦਮੀ ਸੀ ਜਿਹੜਾ ਉੱਥੇ ਗਿਆ, ਔਰ ਇਹ ਕੰਮ ਜਿਹੜਾ ਕਈ ਨਬੀਆਂ ਦੇ, ਕਈ ਲੋਕਾਂ ਦੇ ਰਾਹੀਂ ਹੋਇਆ। ਸੋ ਇੱਕ ਬੰਦੇ ਦਾ ਕੰਮ ਨਹੀਂ। ਲਾਈਕ ਪਾਸਟਰ ਜੌਨੀ goes there, other pastors go there, other people help। ਤੁਹਾਡੇ ਚੋਂ ਇੱਕ ਜਣਾ ਆਏਗਾ, ਇੱਕ ਕੰਮ ਕਰੇਗਾ, ਦੂਸਰਾ ਜਣਾ ਆਏਗਾ, ਦੂਸਰਾ ਕੰਮ ਕਰੇਗਾ, ਤੀਸਰਾ ਜਣਾ ਆਏਗਾ, ਤੀਸਰਾ ਕਰੇਗਾ। ਜ਼ਰੂਬਾਬਲ ਜਿਹੜਾ ਸੀ, he led the first group। ਇਹ 538 547 BC, ਪ੍ਰਭੂ ਤੋਂ ਪਹਿਲੇ। ਹਾਂਜੀ, ਫਿਰ ਉਹਦੇ ਬਾਅਦ, ਉਹਦੇ 80 ਸਾਲ ਬਾਅਦ ਐਸਰਾ ਨਬੀ ਉੱਥੇ ਗਿਆ, ਦੂਸਰਾ ਗਰੁੱਪ ਸੀ। ਫਿਰ ਨਮਾਇਆ ਨਬੀ ਉੱਥੇ ਗਿਆ, ਨਹਿਮੀਆ, ਜਿਹਨੇ ਜਾ ਕੇ ਕੰਧਾਂ ਬਣਾਈਆਂ। So this is the work for many people। Repair the altar, offer the worship, rebuild the walls and establish the church। ਤੁਸੀਂ ਵੀ ਇਹ ਪ੍ਰਭੂ ਦਾ ਕੰਮ ਸ਼ੁਰੂ ਕਰਨਾ, ਕੰਧਾਂ ਬਣਾਉਣੀਆਂ ਨੇ ਜਿਹੜੀ ਲੋਕਾਂ ਦੀ ਹਿਫਾਜ਼ਤ ਕਰਨਗੇ, ਔਰ ਤੁਸੀਂ ਉੱਥੇ ਇਹ ਕੰਮ ਕਰੋਗੇ, ਸਾਰੇ ਰਲ ਕੇ ਕਰੋਗੇ। ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ। ਕੰਮ ਕਰਨ ਦਾ ਇਹ ਤਰੀਕਾ ਹੁੰਦਾ। ਮੇਰਾ ਬਹੁਤ ਐਕਸਪੀਰੀਅੰਸ ਹੈ, ਕਿਉਂਕਿ ਹੁਣ ਮੈਂ ਕਾਫੀ ਬੁੱਢਾ ਆਦਮੀ ਹਾਂ। ਆਮੀਨ। ਚਰਚ ਦੇ ਵਿੱਚ ਵੀ, ਘਰ ਦੇ ਵਿੱਚ ਵੀ, ਬਾਹਰ ਵੀ, there are people who watch what is happening। ਹਾਂ ਸ਼ਾਬਾਸ਼ ਸ਼ਾਬਾਸ਼, ਕਰੋ 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 ਕਰੋ। ਹਾਂਜੀ, ਇਹੋ ਜਿਹੇ ਲੋਕੀ ਹੁੰਦੇ ਨੇ, they just watch। and then there are people who don't even know ਕਿ ਕੀ ਹੋ ਰਿਹਾ। They don't even know what's happening। They are part of the church, they are part of the building, but they don't even know। Then others just watch। But then there is a third group who actually do the work। And these prophets, these people were actually people who did the work। ਔਰ ਇਸ ਲਈ ਇਹ ਜ਼ਰੂਰੀ ਹੈ। ਹੁਣ ਫਾਈਨਲੀ ਜਿਹੜੀ ਗੱਲ ਉਹ ਕਰਨਾ ਚਾਹੁੰਦਾ, ਮੈਂ ਤੁਹਾਨੂੰ ਵਾਪਸ ਜ਼ਕਰਿਆ ਦੇ ਵਿੱਚ ਲੈ ਕੇ ਚੱਲਣਾ ਚਾਹੁੰਦਾ, ਕਿਉਂਕਿ ਇਹ ਜ਼ਰੂਰੀ ਹੈ ਕਿ ਦੇਖਿਆ ਜਾਏ ਕਿ ਕੰਮ ਹੋਣਾ ਕਿਸ ਤਰ੍ਹਾਂ ਹੈ। ਪ੍ਰਭੂ ਨੇ ਜਿਸ ਵੇਲੇ ਕਿਹਾ ਕਿ ਮੇਰੀ ਆਤਮਾ ਨਾਲ ਹੋ ਜਾਏਗਾ, ਉਹਨੂੰ ਵਿਜ਼ਨ ਦਿੱਤਾ। ਆਤਮਾ ਜਿਹੜੀ ਆ ਕੰਟੀਨਿਊਸ ਫਲੋ, ਉਹ ਜਿਹੜੇ ਜ਼ੈਤੂਨ ਦੇ ਤੇਲ ਜਿਹੜੇ ਸੀ ਉਹ ਨਿਕਲ ਰਹੇ ਸੀਗੇ। ਜ਼ੈਤੂਨ ਦਾ ਤੇਲ ਲੈਂਪਸ ਦੇ ਵਿੱਚ ਆ ਰਿਹਾ ਸੀਗਾ, ਬਿਕਾਜ਼ ਜਿਹੜੀ ਹੈਕਲ ਦੇ ਅੰਦਰ ਜਿਹੜੀ ਲਾਈਟ ਸੀਗੀ ਉਹ ਕੰਟੀਨਿਊਸਲੀ ਚੱਲਣੀ ਚਾਹੀਦੀ ਸੀ, ਨੈਵਰ ਵੈਂਟ ਆਫ। So is the supply of the Holy Spirit। Hallelujah। Holy Spirit ਦਾ ਜਿਹੜਾ ਮਸਾ ਆ, Holy Spirit ਦੀ ਜਿਹੜੀ ਆਤਮਾ ਆ, ਉਹ ਤੁਹਾਡੇ ਵਿੱਚ ਬਣੀ ਰਹਿਣੀ ਆ ਔਰ ਆਉਂਦੀ ਰਹਿਣੀ ਆ। ਪ੍ਰਭੂ ਨੇ ਵਾਅਦਾ ਕੀਤਾ। ਔਰ ਬੜੀ ਅੱਛੀ ਵਰਸ ਹੈ। ਅੱਗੇ ਚਲੋ ਮੇਰੇ ਨਾਲ ਥੋੜਾ ਜਿਹਾ ਟਾਈਮ 5-7 ਮਿੰਟ ਉੱਤੇ ਹੋ ਜਾਏਗਾ। Is that okay, Pastor? Few minutes more? Hello? Yes, yes. Yeah, yes. okay. Because this is very important bit. Now, read with me verse 7. Zechariah chapter 4, verse 7. Wonderful verse. This is very encouraging. हे बड़े पहाड़ तू की है, तू जरूबाबल दे अगे मैदान हो जावेगा। Who are you, great mountains? Before
you shall become a plain. Hallelujah. ਜਿਹੜਾ ਹਾਲੇਲੂਇਆ ਪਹਾੜ, ਆਮੀਨ ਜਿਹੜੀ ਮੁਸ਼ਕਲ ਅੱਜ ਤੁਹਾਡੇ ਸਾਹਮਣੇ ਆ, ਉਹ ਕੀ ਹੋਏਗਾ? ਪ੍ਰਭੂ ਦੇ ਅੱਗੇ ਮੈਦਾਨ ਹੋ ਜਾਣਗੇ, ਪੱਧਰੇ ਹੋ ਜਾਣਗੇ, ਤੁਹਾਡੇ ਰਸਤੇ ਠੀਕ ਹੋ ਜਾਣਗੇ। ਲਾਈਫ ਦੇ ਵਿੱਚ ਮੁਸ਼ਕਲ ਆਂਦੀ ਆ। ਮੈਂ ਤੁਹਾਨੂੰ ਦੱਸਿਆ ਕਿ ਮੈਂ 3 ਪਾਉਂਡ ਲੈ ਕੇ ਆਇਆ ਸੀ। ਮੈਂ ਸੌਖਾ ਆ, ਮੇਰੇ ਕੋਲ ਸਭ ਕੁਝ ਆ, ਪ੍ਰਭੂ ਦੀ ਕਿਰਪਾ ਆ। ਚਲੋ ਆਮੀਨ ਮਿਹਨਤ ਵੀ ਕਰਨੀ ਪੈਂਦੀ ਆ, ਫਿਰ ਬਲੈਸਿੰਗ ਵੀ ਆ। Very ਆਮੀਨ nice church, as I said, ਕਿ not many churches have their own building. ਔਰ ਸਾਡੇ ਚਰਚ ਦੇ ਵਿੱਚ ਨਾ ਸਿਰਫ ਅਸੀਂ ਪ੍ਰਸਤਿਸ਼ ਕਰ ਰਹੇ ਹਾਂ, another 3 congregations use our church. Lot of people in this area, they don't have a baptistry. They come to our church ਕਿ ਜੀ baptize ਕਰ ਲਈਏ ਬੰਦੇ, and we never charge, we never ask for money. ਮੁਫਤ ਸਾਨੂੰ ਮਿਲਿਆ ਤੇ ਮੁਫਤ ਅਸੀਂ ਦੇਣਾ। and we are very blessed. ਚਰਚ ਦੇ ਲੋਕਾਂ ਨੇ ਰਾਤ ਦਿਨ ਆਪਣੇ ਹੱਥਾਂ ਨਾਲ ਕੰਮ ਕੀਤਾ। we blessed. ਔਰ ਮੈਂ ਤੁਹਾਨੂੰ ਪਹਿਲੇ ਵੀ ਸਟੋਰੀ ਦੱਸੀ ਆ। ਦੇਖੋ ਪ੍ਰਭੂ ਕੰਮ ਕਿਸ ਤਰ੍ਹਾਂ ਕਰਦਾ। ਭਾਈ ਅਵਤਾਰ ਸਿੰਘ ਸੀਗਾ, ਬਿਲਡਰ ਸੀ। ਇਹਨਾਂ ਨੇ ਇੱਕ ਚਰਚ ਖਰੀਦ ਕੇ ਇੱਥੇ ਲੱਗੇ ਆ ਸਾਡੇ, ਉਹਦਾ ਗੁਰਦੁਆਰਾ ਬਣਾ ਦਿੱਤਾ ਸੀ ਜਦੋਂ ਇਹ ਸਿੰਘ ਸੀਗਾ। ਭਾਈ ਅਵਤਾਰ ਸਿੰਘ ਕਿਸੇ ਦਿਨ ਆਉਣਗੇ, ਉਹਨਾਂ ਨੂੰ ਵੀ ਲਿਆਵਾਂਗਾ। ਇੱਥੇ ਲਾਗੇ ਸਾਡੇ ਪਾਰਕਿੰਗ ਹੈ ਇੱਕ ਜਗ੍ਹਾ, ਚਰਚ ਦਾ ਗੁਰਦੁਆਰਾ ਬਣਾਤਾ। ਜਦੋਂ 18 ਸਾਲ ਬਾਅਦ ਕ੍ਰਿਸਚਨ ਹੋਇਆ, ਸਾਰਾ ਟੁੱਟਾ ਭੱਜਾ ਚਰਚ ਇਹਨਾਂ ਨੇ ਠੀਕ ਕੀਤਾ। ਕਿਸ ਤਰ੍ਹਾਂ ਪ੍ਰਭੂ ਲੋਕਾਂ ਦੇ ਰਸਤੇ ਬਦਲ ਕੇ ਆਪਣੇ ਕੰਮ ਕਰਨ ਦੇ ਵਾਸਤੇ ਤਿਆਰ ਆ। ਔਰ ਉਹ ਆਮੀਨ ਜਿਹੜੇ ਪਹਾੜ ਨੇ ਉਹ ਮੈਦਾਨ ਬਣ ਜਾਣਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਫਿਰ ਜਦੋਂ ਇਹ ਕਹਿੰਦਾ ਕਿ ਮੇਰੀ ਆਤਮਾ ਨਾਲ ਹੋ ਜਾਏਗਾ, ਤੇ ਇਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਪ੍ਰਭੂ ਦੀ ਆਤਮਾ ਜਿਹੜੀ ਆ ਉਹ ਕਿਸ ਤਰ੍ਹਾਂ ਕੰਮ ਕਰਦੀ ਆ। ਮੇਰੇ ਨਾਲ ਤੁਸੀਂ ਇੱਕ ਹਵਾਲਾ ਹੋਰ ਦੇਖ ਲਓ। ਇਹ ਤੇ ਥੋੜਾ ਜਿਹਾ ਪਿੱਛੇ ਹੀ ਆ, ਹੈਜਾਈ ਕਹਿੰਦੇ ਆ ਪੰਜਾਬੀ ਦੇ ਵਿੱਚ। Let me find it. This is very important for me and for you. ਹਾਂਜੀ, ਹਜਾਈ, ਜਾਂ ਇਹਦਾ ਲਿਖ ਲਵੋ, ਨੋਟ ਕਰ ਲਓ। You don't have to read. ਇਹ ਪਹਿਲਾ ਚੈਪਟਰ verse 1, chapter 1, and then 14 verse. ਪਾਣੀ ਪੀ ਲਵਾਂ, ਇਹ ਬੁੱਢਾ ਗਲਾ ਨਾ ਸੁੱਕ ਜਾਂਦਾ ਹੈ। ਹਾਲੇਲੂਇਆ। ਹਾਂਜੀ, ਹਜਾਈ ਪਹਿਲਾ ਚੈਪਟਰ 14 ਵਰਸ। ਫਿਰ ਯਹੋਵਾ ਨੇ ਯਹੂਦਾ ਦੇ ਹਾਕਮ ਸਲੈਤੀਏਲ ਦੇ ਪੁੱਤਰ ਯਰੂਬਾਬਲ ਦੇ ਆਤਮਾ ਨੂੰ ਅਤੇ ਯਹੋਸ਼ਾ ਦੇ ਪੁੱਤਰ ਯਹੋਵਾ ਮਹਾਯਾਜਕ ਦੇ ਆਤਮਾ ਨੂੰ ਅਤੇ ਸਾਰੇ ਲੋਕਾਂ ਦੇ ਆਤਮਾ ਨੂੰ ਪ੍ਰੇਰਿਆ। He stirred up the spirit. Hallelujah. ਹਾਲੇਲੂਇਆ Powerful stuff, powerful stuff. Amen. ਉਹਨੇ ਕੀ ਕੀਤਾ? ਪਹਿਲੇ ਯਰੂਬਾਬਲ ਦੀ ਆਤਮਾ ਨੂੰ ਪ੍ਰੇਰਿਤ ਕੀਤਾ। He stirred Zerubbabel's spirit. Then he stirred up the spirit Yehoshua ਦੀ। He was the high priest. And then ਪ੍ਰੇਰਿਤ ਕੀਤਾ ਅਤੇ ਫਿਰ ਆਪਣੇ ਸਾਰੇ ਬਾਕੀ ਲੋਕਾਂ ਦੀ। So he stirred up everybody's spirit. So first Lord will stir up the spirit church ਦੇ ਅੰਦਰ ਜਿਹੜੇ leaders ਨੇ, then the priest, the pastors, and then everybody. It is very important to learn this lesson ਕਿ the spirit deals with spirit. ਪ੍ਰਭੂ ਜਿਹੜਾ ਹੈ ਉਹ ਆਤਮਾ ਹੈ, ਤੇ ਆਤਮਾ ਜਿਹੜੀ ਹੈ ਆਤਮਾ ਦੀ ਗੱਲ ਨੂੰ ਸਮਝਦਾ। Spirit deals with spirit. Spirit understands spirit. Spirit ਜਿਹੜੀ ਆਤਮਾ ਦੀਆਂ ਗੱਲਾਂ ਨੇ ਉਹ ਆਤਮਾ ਸਮਝਦੀ ਹੈ। ਸੋ ਪ੍ਰਭੂ ਉਹਨਾਂ ਨੂੰ ਐਵੇਂ ਨਹੀਂ ਧੱਕੇ ਮਾਰ ਰਿਹਾ, ਜ਼ੋਰ ਨਹੀਂ ਲਾ ਰਿਹਾ। He is stirring up their spirit. God going to stir up your spirit by his spirit. Okay? ਸੋ ਉਹਦੇ ਨਾਲ ਹੋ ਜਾਏਗਾ ਇਹ। ਔਰ ਉਹਨੇ ਬੜੀ ਤਸੱਲੀ ਨਾਲ ਉਹਨਾਂ ਨੂੰ ਵਾਅਦਾ ਕੀਤਾ। ਉਹਨੇ ਕਿਹਾ ਕਿ ਤਗੜੇ ਹੋਵੋ, ਸਾਰੇ ਜਣੇ ਤਗੜੇ ਹੋਵੋ, ਕਿਉਂਕਿ ਮੈਂ ਤੁਹਾਨੂੰ ਆਪਣੀ ਆਤਮਾ ਭੇਜ ਦਾਂਗਾ। And my final point is, ਜਿਸ ਵੇਲੇ ਐਕਟਸ ਦੇ ਵਿੱਚ ਪ੍ਰਭੂ ਯਿਸੂ ਸਵਰਗ ਤੇ ਜਾਣ ਲੱਗੇ ਤੇ ਚੇਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ, ਪ੍ਰਭੂ ਨੇ ਕਿਹਾ ਕਿ ਜਦੋਂ ਪਵਿੱਤਰ ਆਤਮਾ ਆਏਗਾ ਤੁਸੀਂ ਸ਼ਕਤੀ ਪਾਓਗੇ। Not by power, but the power of the Holy Spirit. Hallelujah. ਜਦੋਂ ਤੁਸੀਂ ਸ਼ਕਤੀ ਪਾਓਗੇ ਤੁਸੀਂ ਮੇਰੇ ਗਵਾਹ ਬਣੋਗੇ। That's what's going to happen. God will empower you. God will give you his spirit. God will give you power of the Holy Spirit.
It's a very wide subject, very big thing I can carry on. ਲੇਕਿਨ ਮੈਂ ਟਾਈਮ ਨੂੰ ਧਿਆਨ ਦੇ ਰੱਖਦੇ ਹੋਏ ਤੁਹਾਡੇ ਨਾਲ ਇੱਥੇ ਗੱਲ ਖਤਮ ਕਰਨਾ ਚਾਹੁੰਦਾ ਕਿ ਇਹ ਸ਼ਕਤੀ ਜਿਹੜੀ ਹੈ ਪ੍ਰਭੂ ਦੀ ਆਤਮਾ ਦੀ ਹੈ। that will come upon each one of you। ਤੁਹਾਡੀ ਆਤਮਾ ਨੂੰ ਉਹਨੇ ਪ੍ਰੇਰਿਤ ਕੀਤਾ ਹੈ। he stirred up your spirit and he will send his Holy Spirit, he will empower you, ਤੁਹਾਨੂੰ ਸ਼ਕਤੀ ਦੇਗਾ and you will build that church। Hallelujah। Amen। आओ प्रार्थना करिए। Let's just pray। Amen। 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 Hallelujah। Then I'll leave it to Pastor to finish it. Let me just pray a short prayer. Thank you, Lord। Thank you,